ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਜਿੱਤ ਤੋਂ ਬਾਅਦ ਅਸੀਂ ਇਹ ਵੀ ਦੇਖਿਆ ਕਿ ਪੰਥ 'ਚ ਤੇ ਪੰਥਕ ਸਿਆਸਤ 'ਚ ਇੱਕ ਆਸ ਦੀ ਕਿਰਨ ਜਾਗੀ ਹੈ ਤੇ ਪੰਥਕ ਉਭਾਰ ਦੇਖਣ ਨੂੰ ਮਿਲਿਆ ਕਿ ਹੁਣ ਸਿੱਖ ਕੌਮ ਦੇ ਮਸਲੇ ਤੇ ਪੰਥਕ ਗੱਲ ਵੀ ਦੇਸ਼ ਦੇ ਪਾਰਲੀਮੈਂਟ 'ਚ ਚੁੱਕੇ ਜਾਣਗੇ। ਇਹ ਸਾਰੀ ਗੱਲਾਂ ਰਵਾਇਤੀਆਂ ਨੂੰ ਬਰਦਾਸ਼ਤ ਨਹੀਂ ਹੋ ਰਹੀਆਂ। ਜਿਵੇਂ ਜਦੋਂ ਸੰਤਾਂ ਦੀ ਅਗਵਾਈ 'ਚ ਸਿੱਖਾਂ ਦੀ ਨਵੀਂ ਲੀਡਰਸ਼ਿਪ ਉੱਭਰ ਰਹੀ ਸੀਗੀ ਤੇ ਉਹ ਮੇਰਾ ਨਾਮ ਗੋਬਿੰਦ ਸਿੰਘ ਹੈਗਾ ਤੇ ਮੈਂ ਪਾਰਟੀ ਦਾ ਜਥੇਬੰਦਕ ਸਕੱਤਰ ਹੈਗਾ। ਜਿਹੜੇ ਨੈਰੇਟਿਵ ਦੀ ਅਸੀਂ ਗੱਲ ਕਰ ਰਹੇ ਹੈਗੇ ਆ, ਰਵਾਇਤੀਆਂ ਨੇ ਜਿਹੜਾ ਨੈਰੇਟਿਵ ਸਿਰਜਿਆ, ਇਹ ਨੌਜਵਾਨਾਂ ਦੇ ਮਨਾਂ ਤੇ ਸਿਰਜਿਆ ਕਿ ਕਿਤੇ ਨੌਜਵਾਨੀ ਕੋਈ ਗਲਤ ਫੈਸਲਾ ਤਾਂ ਨਹੀਂ ਕਰ ਬੈਠੀ ਸਰਦਾਰ ਸਿਮਰਨਜੀਤ ਸਿੰਘ ਮਾਨ ਨਾਲ ਜੁੜ ਕੇ, ਜਾਂ ਇੱਕ ਸੋਚ ਤੇ ਸਿਧਾਂਤਾਂ ਨਾਲ ਚੱਲਣ ਨਾਲ ਕੁਝ ਗਲਤ ਤਾਂ ਨਹੀਂ ਕਰ ਬੈਠੇ। ਪਹਿਲਾਂ ਇਹਨਾਂ ਨੇ 14 ਤਰੀਕ ਨੂੰ, ਜੇ ਤੁਹਾਨੂੰ ਯਾਦ ਹੋਊਗਾ, ਇਹਨਾਂ ਨੇ ਕਈ ਚੰਦ ਅਖਬਾਰਾਂ ਸੀਗੀਆਂ ਜਿਨ੍ਹਾਂ ਨੇ ਗਲਤ ਖਬਰ ਛਾਪੀ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਪਾਰਲੀਮੈਂਟ 'ਚ ਸਹੁੰ ਚੁੱਕਣ ਨੂੰ ਇਨਕਾਰ ਕਰਤਾ। ਇਹ ਬਿਲਕੁਲ ਗਲਤ ਗੱਲ ਸੀਗੀ। ਇਹ ਕਿਸੇ ਵੀ ਮੈਨੇ 'ਚ ਇਹਦੇ 'ਚ ਕੋਈ ਸੱਚ ਨਹੀਂ ਸੀਗਾ। ਤੇ ਫਿਰ ਉਸ ਤੋਂ ਬਾਅਦ 14 ਤਰੀਕ ਨੂੰ ਅਸੀਂ ਦੇਖਦੇ ਹਾਂ ਕਿ 17 ਸਾਲਾਂ ਬਾਅਦ 2005 ਤੋਂ ਬਾਅਦ ਕਰਨਾਲ ਜਦੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਪਹੁੰਚਦੇ ਹਨ, ਕਰਨਾਲ 'ਚ 4-5 ਪੇਡ ਰਿਪੋਰਟਰਸ ਭੇਜੇ ਜਾਂਦੇ ਆ ਜਿਹੜੇ 17 ਸਾਲਾਂ ਬਾਅਦ ਸਿਮਰਨਜੀਤ ਸਿੰਘ ਮਾਨ ਸਾਹਿਬ ਨੂੰ ਉਸਤਾਦ ਭਗਤ ਸਿੰਘ ਜੀ ਬਾਰੇ ਪੁੱਛਦੇ। ਉੱਥੇ ਉਹਨਾਂ ਨੇ ਆਪਦੇ ਮਾਈਕ ਮਾਨ ਸਾਹਿਬ ਅੱਗੇ ਕੀਤੇ ਤੇ ਕਿਹਾ ਕਿ ਤੁਹਾਡਾ ਭਗਤ ਸਿੰਘ ਜੀ ਦੇ ਕੀ ਵਿਚਾਰ ਹੈਗੇ, ਤੁਸੀਂ ਸਰਦਾਰ ਭਗਤ ਸਿੰਘ ਜੀ ਨੂੰ ਸ਼ਹੀਦ ਮੰਨਦੇ ਹੋ ਜਾਂ ਤੁਸੀਂ ਉਹਨਾਂ ਨੂੰ ਅੱਤਵਾਦੀ ਮੰਨਦੇ ਹੋ, ਤੁਸੀਂ ਕੀ ਮੰਨਦੇ ਹੋ? ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਉਸ ਵੇਲੇ ਵੀ ਬਹੁਤ ਵਿਸਤਾਰ ਨਾਲ ਆਪਦਾ ਜਵਾਬ ਦਿੱਤਾ ਸੀਗਾ, ਜਿਹਦੇ ਬਾਰੇ ਅਸੀਂ ਗੱਲ ਕਰਾਂਗੇ। ਫਿਰ ਉਸ ਤੋਂ ਬਾਅਦ ਇਹਨਾਂ ਨੇ ਨੈਰੇਟਿਵ ਸਿਰਜਣ ਦੀ ਕੋਸ਼ਿਸ਼ ਕੀਤੀ 103 ਸਾਲ ਪੁਰਾਣੀ ਗੱਲ ਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਨਾਨਾ ਜੀ ਸਰਦਾਰ ਅਰੂੜ ਸਿੰਘ ਬਾਰੇ। ਤੇ ਫਿਰ ਉਹਨਾਂ ਨੇ ਬਿਆਨ ਚੁੱਕਿਆ ਜਿਹੜੀ ਗੱਲ ਇੰਦਰਾ ਗਾਂਧੀ ਬਾਰੇ ਤੇ ਬਾਦਲ ਸਾਹਿਬ ਬਾਰੇ ਸਰਦਾਰ ਮਾਨ ਨੇ ਕੀਤੀ ਸੀਗੀ, ਉਹਦੀ ਵੀ ਅਸੀਂ ਅੱਜ ਗੱਲ ਕਰਾਂਗੇ। ਤੇ ਅਖੀਰ 'ਚ ਉਹਨਾਂ ਨੇ ਇੱਕ ਹੋਰ ਨੈਰੇਟਿਵ ਸਿਰਜਣ ਦੀ ਕੋਸ਼ਿਸ਼ ਕਰਤੀ ਜਿੱਥੇ ਗੁਰਤੇਜ ਸਿੰਘ ਸਾਹਿਬ ਐਕਸ IAS ਆਫਿਸਰ ਇੰਜਾਮ ਲਾਉਂਦੇ ਆ ਸਰਾਏ ਨਾਗਾ ਦੇ ਨਿਹੰਗਾਂ ਨਾਲ ਜਿਹੜਾ ਪੁਲਿਸ ਦਾ ਐਨਕਾਊਂਟਰ ਹੋਇਆ ਸੀਗਾ, ਉਹਦੀ ਵੀ ਅਸੀਂ ਗੱਲ ਕਰਾਂਗੇ। ਅੱਜ ਦੀ ਪ੍ਰੈਸ ਕਾਨਫਰੰਸ ਦੇ ਮੁੱਦੇ ਇਹਨਾਂ ਮਸਲਿਆਂ ਨੂੰ ਪੰਜਾਬ ਦੇ ਸਿਆਸਤ ਤੋਂ ਖਾਰਜ ਕਰਨ ਨੂੰ ਹੈਗੇ ਆ। ਪੰਜਾਬ ਆਜ਼ਾਦੀ ਹੋਂਦ ਦੀ ਲੜਾਈ ਲੜ ਰਿਹਾ। ਪੰਜਾਬ ਦੇ ਮਸਲੇ ਬਹੁਤ ਵੱਡੇ ਮਸਲੇ ਹੈਗੇ ਆ। ਇਹ ਨਾ ਤਾਂ ਸਾਡੇ ਮਸਲੇ ਹੈਗੇ ਆ ਨਾ ਹੋਰ ਕਿਸੇ ਦੇ ਮਸਲੇ ਹੈਗੇ। ਸਮਾਜ 'ਚ ਇਹ ਮਸਲੇ ਅਸੀਂ ਸਮਝਦੇ ਹੈਗੇ ਆ ਕਿ ਰਵਾਇਤੀ ਪਾਰਟੀਆਂ ਨੂੰ ਮੌਕਾ ਦੇ ਰਹੇ ਹੈਗੇ ਆ ਕਿ ਉਹ ਆਪਦੇ ਵਾਅਦਿਆਂ ਤੋਂ ਪਿੱਛੇ ਹਟ ਜਾਣ ਤੇ ਇਹਨਾਂ ਚੀਜ਼ਾਂ 'ਚ ਲੋਕਾਂ ਨੂੰ ਉਲਝਾ ਕੇ ਰੱਖਣ ਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਛਵੀ ਖਰਾਬ ਕਰਦੇ ਨੇ। ਸੋ ਸ਼ੁਰੂਆਤ 'ਚ ਅਸੀਂ ਸਰਦਾਰ ਭਗਤ ਸਿੰਘ ਜੀ ਦੀ ਹੁਣ ਗੱਲ ਕਰਾਂਗੇ ਤੇ ਇਹਦੇ 'ਚ ਮੈਂ ਇਹ ਦੱਸਣਾ ਚਾਹੁੰਦਾ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਸਰਦਾਰ ਭਗਤ ਸਿੰਘ ਜੀ ਨਾਲ ਕੋਈ ਨਿੱਜੀ ਨਫ਼ਰਤ ਨਹੀਂ ਹੈਗੀ ਹੈ, ਕੋਈ ਉਹਨਾਂ ਨਾਲ ਵੈਰ ਨਹੀਂ ਹੈਗਾ, ਕੋਈ ਉਹਨਾਂ ਨਾਲ ਦੁਸ਼ਮਣੀ ਨਹੀਂ ਹੈਗੀ। ਨਾ ਤਾਂ ਸਾਡੇ ਪਾਰਟੀ ਦਾ ਕੋਈ ਆਗੂ ਜਾਂ ਸਰਦਾਰ ਸਿਮਰਨਜੀਤ ਸਿੰਘ ਮਾਨ ਉਹਨਾਂ ਨੂੰ ਮਿਲੇ ਹੈਗੇ ਆ। ਸਾਡੀ ਸਾਰੀ ਗੱਲ ਸੋਚ ਦੇ ਅਧੀਨ ਤੇ ਸਿਧਾਂਤਾਂ ਦੇ ਅਧੀਨ ਹੈਗੀ ਆ। ਕਰਨਾਲ 'ਚ 4 ਪ੍ਰੈਸ ਰਿਪੋਰਟਰਸ ਪਹੁੰਚਦੇ ਆ ਤੇ 17 ਸਾਲਾਂ ਬਾਅਦ ਸਵਾਲ ਪੁੱਛਦੇ ਆ ਕਿ ਮਾਨ ਸਾਹਿਬ ਤੁਸੀਂ ਸਾਨੂੰ ਭਗਤ ਸਿੰਘ ਬਾਰੇ ਦੱਸੋ, ਤੁਸੀਂ ਸ਼ਹੀਦ ਮੰਨਦੇ ਹੋ ਕਿ ਅੱਤਵਾਦੀ ਮੰਨਦੇ ਹੋ? ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਉਹਨਾਂ ਨੂੰ ਵਿਸਤਾਰ ਨਾਲ ਜਵਾਬ ਦਿੱਤਾ। ਉਹਨਾਂ ਨੂੰ ਕਿਹਾ ਕਿ ਜੇ ਮੁਲਕ ਦੀ ਆਜ਼ਾਦੀ ਵਾਸਤੇ ਜਾਂ ਕਸ਼ਮੀਰ ਆਪਣੀ ਆਜ਼ਾਦੀ ਲਈ ਲੜ ਰਿਹਾ, ਸਿੱਖ ਕੌਮ ਕੌਮੀ ਆਜ਼ਾਦੀ ਲਈ ਲੜਦੀ ਹੈ,
ਜੇ ਕਿਸੇ ਵੀ ਕੌਮ ਤੋਂ ਕਿਸੇ ਵੀ ਆਜ਼ਾਦੀ ਦੀ ਜੰਗ 'ਚ ਕੋਈ ਜਾ ਕੇ ਪਾਰਲੀਮੈਂਟ 'ਚ ਬੰਬ ਸੁੱਟ ਦੂਗਾ ਤੇ ਇੱਕ ਆਫੀਸਰ ਨੂੰ ਗੋਲੀ ਮਾਰ ਕੇ ਖਤਮ ਕਰ ਦੂਗਾ ਤੇ ਇੱਕ ਹੈਡ ਕਾਂਸਟੇਬਲ ਅੰਮ੍ਰਿਤਧਾਰੀ ਸਿੱਖ ਨੂੰ ਵੀ ਗੋਲੀ ਮਾਰ ਕੇ ਖਤਮ ਕਰ ਦੂਗਾ। ਆਜ਼ਾਦੀ ਦੀ ਜੰਗ ਹੈ, ਅਸੀਂ ਮੰਨਦੇ ਹਾਂ ਕਿ ਆਜ਼ਾਦੀ ਖਾਤਰ, ਮੁਲਕ ਦੇ ਆਜ਼ਾਦੀ ਖਾਤਰ ਜੋ ਸਰਦਾਰ ਭਗਤ ਸਿੰਘ ਜੀ ਨੇ ਠੀਕ ਸਮਝਿਆ ਉਹਨਾਂ ਨੇ ਕੀਤਾ, ਪਰ ਇਸ ਐਕਟ ਨੂੰ ਤੁਸੀਂ ਕੀ ਆਖੋਗੇ? ਪੱਤਰਕਾਰਾਂ ਨੇ ਆਪ ਕਿਹਾ ਕਿ ਅਸੀਂ ਇਹਨੂੰ ਐਨ ਐਕਟ ਆਫ ਟੈਰਰ ਆਖਾਂਗੇ, ਕਿ ਇਹ ਦਹਿਸ਼ਤ ਦਾ ਐਕਟ ਹੈਗਾ। ਤੇ ਜਿਹੜੇ ਇਨਸਾਨ ਨੇ ਉਹ ਐਕਟ ਕੀਤਾ ਉਹਨਾਂ ਨੂੰ ਕੀ ਆਖੋਗੇ? ਫਿਰ ਉਹਨਾਂ ਨੇ ਸਾਫ਼ ਜਵਾਬ ਦਿੱਤਾ ਕਿ ਅੱਤਵਾਦੀ ਆਖਾਂਗੇ। ਹੁਣ ਕਸ਼ਮੀਰ 'ਚ ਬਹੁਤ ਸਾਰੇ ਕਸ਼ਮੀਰ ਦੇ 370 ਜਿਹੜੀ ਧਾਰਾਵਾਂ ਇਹਨਾਂ ਨੇ ਤੋੜੀਆਂ ਹੈਗੀਆਂ, ਉਹਦੇ ਖਿਲਾਫ ਹੈਗੇ ਆ। ਹੁਣ ਜੇ ਉਹ ਆਪਦੀ ਆਜ਼ਾਦੀ ਦੀ ਜੰਗ ਵਾਸਤੇ ਜਾਂ ਸਿੱਖ ਆਪਦੀ ਕੌਮੀ ਆਜ਼ਾਦੀ ਦੀ ਜੰਗ ਵਾਸਤੇ ਮੁਲਕ ਦੇ ਪਾਰਲੀਮੈਂਟ 'ਚ ਬੰਬ ਸੁੱਟਦੇ ਤੇ ਉੱਥੇ 2 ਅਫਸਰਾਂ ਨੂੰ ਗੋਲੀ ਮਾਰ ਕੇ ਖਤਮ ਕਰਦੇ ਤੇ ਉਹ ਸਿੱਖ ਵੀ, ਉਹ ਕਸ਼ਮੀਰੀ ਵੀ, ਉਹਦਾ ਐਕਟ ਐਨ ਐਕਟ ਆਫ ਟੈਰਰ ਮੰਨਿਆ ਜਾਊਗਾ। ਭਾਈ ਦੀਪ ਸਿੱਧੂ ਨੇ ਕੀ ਕੀਤਾ ਸੀਗਾ? ਕਿਸਾਨੀ ਮੋਰਚੇ ਦੇ ਦੌਰਾਨ ਉਹਨਾਂ ਨੇ ਲਾਲ ਕਿਲੇ ਤੇ ਨਿਸ਼ਾਨ ਸਾਹਿਬ ਝਾੜਿਆ ਸੀਗਾ। ਜਦੋਂ ਸਾਡਾ ਮੁਲਕ ਨਿਸ਼ਾਨ ਸਾਹਿਬ ਬਾਰਡਰਸ ਦੇ ਨਿਸ਼ਾਨ ਸਾਹਿਬ ਮੂਹਰੇ ਰੱਖ ਕੇ, ਗੁਰੂ ਗ੍ਰੰਥ ਸਾਹਿਬ ਮੂਹਰੇ ਰੱਖ ਕੇ ਬਾਹਰਲੇ ਮੁਲਕਾਂ ਦੀ ਫੌਜਾਂ ਨਾਲ ਟਾਕਰਾ ਕਰਦੇ ਆ, ਫਿਰ ਉਹ ਗਲਤ ਨਹੀਂ ਹੈ। ਪਰ ਜੇ ਤੁਸੀਂ ਨਿਸ਼ਾਨ ਸਾਹਿਬ ਅਮਨ ਪਸੰਦ ਤਰੀਕੇ ਨਾਲ ਤੁਸੀਂ ਕਿਤੇ ਜਾ ਕੇ ਝਾੜਦੇ ਹੋ ਤੇ ਫਿਰ ਤੁਸੀਂ ਉਹਨੂੰ ਦਹਿਸ਼ਤਗਰਦ ਕਹਿ ਦਿੰਦੇ ਹੋ, ਤੁਸੀਂ ਉਹਨੂੰ ਅੱਤਵਾਦੀ ਕਹਿ ਦਿੰਦੇ ਹੋ, ਤੁਸੀਂ ਉਹਨੂੰ ਐਂਟੀ ਨੈਸ਼ਨਲ ਕਹਿ ਦਿੰਦੇ ਹੋ। ਜੇ ਕਾਨੂੰਨਾਂ ਦੇ ਖਿਲਾਫ ਗੱਲ ਕਰੋ ਫਿਰ ਵੀ ਐਂਟੀ ਨੈਸ਼ਨਲ ਹੋ ਗਏ ਤੁਸੀਂ। ਜੇ ਖੇਤੀ ਕਾਨੂੰਨਾਂ ਦੇ ਖਿਲਾਫ, ਜੇ SYL ਗਾਣਾ ਨਿਕਲਦਾ ਹੈ, ਉਹ ਜਿਨ੍ਹਾਂ ਨੇ ਗਾਇਆ ਮੂਸੇਵਾਲਾ ਸਾਹਿਬ, ਉਹ ਵੀ ਐਂਟੀ ਨੈਸ਼ਨਲ। ਫਿਰ ਇਸ ਤਰ੍ਹਾਂ ਤਾਂ ਗੱਲ ਨਹੀਂ ਚੱਲ ਸਕਦੀ ਜਿੱਥੇ ਇੱਕ ਕੌਮ ਦੀ ਜਾਂ ਇੱਕ ਜਮਾਤ ਦੀ ਸੋਚ ਉਭਰਦੇ ਰਵੇ ਤੇ ਬਾਕੀ ਸਾਰੇ ਕੌਮਾਂ ਦੀ ਗੱਲ ਇਹ ਨਿਖੇਧਦੇ ਰਹਿਣ। ਹੁਣ ਮੈਂ ਤੁਹਾਨੂੰ ਇਸ ਮੁਲਕ ਦੇ ਕਈ ਬਿਆਨ ਤੁਹਾਨੂੰ ਦੱਸਣ ਵਾਲਾ ਹੈ। ਗਾਂਧੀ ਜੀ ਦਾ ਬਿਆਨ ਭਗਤ ਸਿੰਘ ਜੀ ਦੇ, ਇਹ ਧਿਆਨ ਨਾਲ ਸੁਣਿਓ। ਉਹਨਾਂ ਨੇ ਭਗਤ ਸਿੰਘ ਜੀ ਦੀ ਰਾਸ਼ਟਰਵਾਦੀ ਸੋਚ ਨੂੰ, ਜਿਨ੍ਹਾਂ ਨੇ ਇਸ ਦੇਸ਼ ਦੀ ਆਜ਼ਾਦੀ ਵਾਸਤੇ ਜੋ ਕੁਝ ਵੀ ਕੀਤਾ, ਕਹਿੰਦੇ ਮਿਸਗਾਈਡਡ ਪੈਟਰੀਓਟਿਜ਼ਮ, ਮਤਲਬ ਕਿ ਇਹ ਮਿਸਗਾਈਡਡ ਸੀਗੇ ਜਿਹੜਾ ਇਹਨਾਂ ਨੇ ਕੰਮ ਕੀਤਾ। ਕਹਿੰਦੇ ਇੱਕ ਜਿਹੜਾ ਕਾਤਲ ਹੁੰਦਾ ਹੈ, the assassin is quite convinced, ਉਹ ਕਨਵਿੰਸਡ ਹੁੰਦਾ ਹੈ ਆਪਦੇ ਦਿਮਾਗ 'ਚ ਕਿ ਉਹ ਮੁਲਕ ਦੇ ਖਾਤਰ ਕਿਸੇ ਦਾ ਕਤਲ ਕਰਕੇ ਠੀਕ ਕੰਮ ਕਰ ਰਿਹਾ। ਪਰ ਅਕਸਰ ਅਸੀਂ ਇਹ ਆਜ਼ਾਦੀ ਦੀ ਜੰਗਾਂ 'ਚ ਤੇ ਹੋਰ ਅਸੀਂ ਮੋਰਚਿਆਂ 'ਤੇ ਦੇਖਿਆ ਕਿ ਜਿੱਥੇ ਦਹਿਸ਼ਤ ਆ ਜਾਂਦੀ ਹੈ ਤੇ ਜਿੱਥੇ ਅਸੈਸੀਨੇਸ਼ਨ ਜਾਂ ਕਿਸੇ ਦਾ ਕਤਲ ਕਰਨਾ ਪੈਂਦਾ, ਉਹਦੇ ਨਾਲ ਸਾਰੀ ਲੜਾਈ, ਸਾਰਾ ਸੰਘਰਸ਼ ਜਿਹੜਾ ਜਿਹਨੂੰ ਬਹੁਤ ਸਮਾਂ ਲੱਗਦਾ, ਉਹ ਸਾਰਾ ਧੋਤਾ ਜਾਂਦਾ ਤੇ ਸਾਰਾ ਖਰਾਬ ਹੋ ਜਾਂਦਾ। ਸੋ ਇਹ ਗੱਲ ਗਾਂਧੀ ਜੀ ਨੇ ਕੀਤੀ ਸੀਗੀ ਕਿ ਅਸੀਂ ਸੌਂਡਰਸ ਦੇ ਮਰਡਰ ਨੂੰ ਇੱਕ ਡੈਸਟਾਰਡਲੀ ਐਕਟ ਕਹਿੰਦੇ ਹੈਗੇ ਆ ਤੇ ਗਲਤ ਕਹਿੰਦੇ ਹੈਗੇ। ਫਿਰ ਉਸ ਤੋਂ ਬਾਅਦ ਉਹਨਾਂ ਨੇ ਇਹ ਗੱਲ ਕੀਤੀ ਹੈ, he termed Saunders murder as a dastardly act, ਇੱਕ ਬਿਲਕੁਲ ਗਲਤ ਐਕਟ ਇਹਨੂੰ ਟਰਮ ਕੀਤਾ ਸੀਗਾ ਗਾਂਧੀ ਜੀ ਨੇ। ਫਿਰ ਉਸ ਤੋਂ ਬਾਅਦ ਗਾਂਧੀ ਅਰਬਨ ਪੈਕਟ ਵੀ ਹੋਇਆ ਸੀਗਾ। ਲਾਰਡ ਅਰਬਨ ਉਸ ਟਾਈਮ ਵਾਈਸਰੋਏ ਸੀਗੇ ਇੰਡੀਆ ਦੇ, ਤੇ ਅਰਬਨ ਦਾ ਵੀ ਬਿਆਨ ਇੱਥੇ ਹੈਗਾ ਹੈ ਜਿੱਥੇ ਅਰਬਨ ਕਹਿੰਦੇ ਆ ਕਿ ਗਾਂਧੀ ਜੀ ਨੇ ਸਾਡੇ ਨਾਲ ਜਿਹੜੀ ਭਗਤ ਸਿੰਘ ਜੀ ਨੂੰ ਇਹਨਾਂ ਨੇ ਫਾਂਸ ਚੜਾਉਣ ਦੀ ਇਹਨਾਂ ਨੇ ਫੈਸਲਾ ਲਿੱਤਾ ਸੀਗਾ, ਉਹਦੇ ਤੇ ਵੀ ਸਾਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ। ਉਹਨਾਂ ਨੇ ਡਿਲੇ ਜ਼ਰੂਰ ਕਰਨ ਨੂੰ ਕਿਹਾ ਸੀਗਾ ਕਿ ਇਹਨੂੰ ਡਿਲੇ ਕਰ ਸਕਦੇ ਹੋ ਤੇ ਕਰ ਦਿਓ। ਸੋ ਪਹਿਲਾਂ ਗਾਂਧੀ ਜੀ ਨੇ ਇਹ ਗੱਲ ਕੀਤੀ, ਉਸ ਤੋਂ ਬਾਅਦ ਜਵਾਹਰ ਲਾਲ ਨਹਿਰੂ ਸਾਹਿਬ ਨੇ ਇਹ ਗੱਲ, ਇਹਨਾਂ ਦਾ ਬਿਆਨ ਮੈਂ ਤੁਹਾਨੂੰ ਪੜ੍ਹ ਕੇ ਦੱਸਦਾ। ਭਗਤ ਸਿੰਘ didn't become popular because of his act of terror, ਕਹਿੰਦੇ ਉਹ ਪੋਪੂਲਰ ਆਪਦੇ ਦਹਿਸ਼ਤ
ਐਕਟ ਕਰਕੇ ਨਹੀਂ ਹੋਏ, ਉਹ ਪੋਪੂਲਰ ਲਾਲਾ ਲਾਜਪਤ ਰਾਏ ਜੀ ਦੇ ਪ੍ਰਤੀ ਜਿਹੜੀ ਉਹਨਾਂ ਦੀ ਵਫਾਦਾਰੀ ਸੀਗੀ ਉਹਦੇ ਕਰਕੇ ਹੋਏ। ਹੁਣ ਕਾਂਗਰਸ ਦੇ ਸਾਰੇ ਆਗੂਆਂ ਨੇ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਨਿਸ਼ਾਨੇ ਤੇ ਲਿੱਤਾ ਸੀਗਾ, ਉਹ ਸਾਨੂੰ ਦੱਸਣ ਕਿ ਤੁਹਾਡੇ ਪਾਰਟੀ ਦਾ ਕੀ ਸਟੈਂਡ ਹੈ। ਜਵਾਹਰ ਲਾਲ ਨਹਿਰੂ ਸਾਹਿਬ ਨੇ ਉਹੀ ਗੱਲ ਕੀਤੀ ਹੈ ਜਿਹੜੀ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਕੀਤੀ ਹੈ। ਉਹ ਸਟੈਂਡ ਹੈ ਤੁਹਾਡਾ ਕਿ ਜਿਹੜਾ ਤੁਸੀਂ ਅੱਜ ਕਹਿੰਦੇ ਹੋ, ਬਿੱਟੂ ਸਾਹਿਬ ਕਹਿੰਦੇ, ਵੜਿੰਗ ਸਾਹਿਬ ਕਹਿੰਦੇ, ਇਹ ਤੁਹਾਡਾ ਸਟੈਂਡ ਹੈ, ਜਾਂ ਤੁਸੀਂ ਲੋਕਾਂ ਨੂੰ ਸਪਸ਼ਟ ਕਰੋ ਕਿ ਮੌਕੇ ਤੇ ਆ ਕੇ ਅਸੀਂ ਆਪ ਦਾ ਸਟੈਂਡ ਦੇਖਦੇ ਹਾਂ ਕਿ ਮੌਕੇ ਤੇ ਜੋ ਸਾਨੂੰ ਠੀਕ ਲੱਗਦਾ ਹੋਵੇ ਤੇ ਉਸ ਸਟੈਂਡ ਤੇ ਆਪਾਂ ਕਾਇਮ ਹੋ ਜਾਂਦੇ ਹਾਂ। ਫਿਰ ਉਸ ਤੋਂ ਬਾਅਦ ਕਈ ਸਕੋਲਰਸ ਰਹੇ ਹੈਗੇ ਆ ਇਤਿਹਾਸ ਦੇ, ਗੁਰਤੇਜ ਸਿੰਘ IAS ex-IAS, ਜਿਨ੍ਹਾਂ ਨੇ ਇਹ ਸੇਮ ਗੱਲ ਜਿਹੜੀ ਪ੍ਰਧਾਨ ਸਾਹਿਬ ਨੇ ਕੀਤੀ ਹੈ ਉਹਨਾਂ ਨੇ ਵੀ ਕੀਤੀ ਹੈ। ਹੁਣ ਮੈਨੂੰ ਆਮ ਆਦਮੀ ਪਾਰਟੀ ਦੀਆਂ ਜਿਹੜੀਆਂ ਬੁੜਕਦੀਆਂ ਭੇਡਾਂ ਹੈਗੀਆਂ ਉਹ ਮੈਨੂੰ ਜਵਾਬ ਦੇਣ ਕਿ ਸ਼ਹੀਦ ਦਾ ਦਰਜਾ ਤਾਂ ਸਰਦਾਰ ਸਿਮਰਨਜੀਤ ਸਿੰਘ ਮਾਨ ਤੋਂ ਤਾਂ ਨਹੀਂ ਮਿਲਣਾ, ਸ਼ਹੀਦ ਦਾ ਦਰਜਾ ਜਿਹੜੇ ਮੁਲਕ ਤੋਂ ਮਿਲਣਾ ਉਸ ਮੁਲਕ ਨਾਲ ਤੁਸੀਂ ਲੜਾਈ ਲੜੋ ਜਿੱਥੇ ਤੁਸੀਂ ਸ਼ਹੀਦੀ ਦੀ ਲੜਾਈ ਕਰਦੇ ਹੋ ਕਿ ਇਹ ਸ਼ਹੀਦ ਆਜ਼ਮ ਸੀਗੇ। ਸ਼ਹੀਦ ਆਜ਼ਮ ਦਾ ਕੀ ਮਤਲਬ ਹੈ? ਪਹਿਲਾ ਸ਼ਹੀਦ ਮਤਲਬ ਇਹਨਾਂ ਨਾਲ ਦੇ ਕਰਤਾਰ ਸਿੰਘ ਸਰਾਭਾ ਤੇ ਉਦਮ ਸਿੰਘ ਜੀ ਹੋਰੀ ਇਹ ਸ਼ਹੀਦ ਨਹੀਂ ਸੀਗੇ, ਇਹੀ ਸਿਰਫ ਇੱਕ ਸ਼ਹੀਦ ਸੀਗੇ ਜਿਨ੍ਹਾਂ ਨੂੰ ਸ਼ਹੀਦੀ ਦਾ ਦਰਜਾ ਨਹੀਂ ਦਿੱਤਾ। ਉਹ ਸਰਦਾਰ ਸਿਮਰਨਜੀਤ ਸਿੰਘ ਮਾਨ ਨਾਲ ਕਿਉਂ ਲੜ ਰਹੇ ਹੈਗੇ? ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਤਾਂ ਬਿਆਨ ਬਿਲਕੁਲ ਸਾਫ਼ ਹੈਗਾ, ਉਹਨਾਂ ਨੇ ਜਿਹੜੀ ਕਰਤੂਤ ਸਰਦਾਰ ਭਗਤ ਸਿੰਘ ਜੀ ਨੇ ਕੀਤੀ ਸੀਗੀ ਉਹਨੂੰ ਟਰਮ ਕੀਤਾ ਕਿ ਅੱਜ ਜੇ ਕਸ਼ਮੀਰ ਵਾਸਤੇ ਕੋਈ ਕਰਦੇ ਆ, ਸਿੱਖ ਕੌਮ ਵਾਸਤੇ ਕਰਦੇ, ਤੇ ਤੁਸੀਂ ਇਹਨੂੰ ਕੀ ਕਹੋਗੇ? ਇਹਦੇ 'ਚ ਕੀ ਗਲਤ ਹੈ? ਫਿਰ ਅੱਜ ਪੰਜਾਬ ਜਿਹੜੀ ਸਾਡੀ ਸੋਚ ਹੈਗੀ ਹੈ, ਸਾਡਾ ਵਿਰੋਧ ਇਸ ਮਸਲੇ ਤੇ ਸਿਰਫ ਸੋਚ ਤੇ ਸਿਧਾਂਤਾਂ ਤੇ ਹੈਗਾ। ਅਸੀਂ ਪੰਜਾਬ ਪੱਖੀ ਤੇ ਕੌਮੀ ਸੋਚ ਰੱਖਦੇ ਹੈਗੇ ਆ। ਸਰਦਾਰ ਭਗਤ ਸਿੰਘ ਜੀ ਦੀ ਜਿਹੜੀ ਸੋਚ ਸੀਗੀ ਉਹ ਸਾਡੇ ਗੁਰੂ ਸਾਹਿਬਾਨਾਂ ਤੋਂ ਉਲਟ ਸੀਗੀ। ਉਹ ਸਾਡੇ ਗੁਰੂਆਂ ਨੂੰ ਬਿਲਕੁਲ ਨਹੀਂ ਮੰਨਦੇ ਸੀਗੇ। ਉਹ ਕਹਿੰਦੇ ਸੀਗੇ ਮਾਈਥੋਲੋਜੀ ਹੈਗੇ ਹੈ ਤੇ ਇਹ ਚੀਜ਼ਾਂ ਗੁਰੂਆਂ ਤੇ ਮੈਂ ਵਿਸ਼ਵਾਸ ਨਹੀਂ ਕਰਦਾ। ਫਿਰ ਉਹ ਪੰਜਾਬੀ ਟੈਕਸਟ, ਗੁਰਮੁਖੀ ਟੈਕਸਟ, ਪੰਜਾਬੀ ਮਾਂ ਬੋਲੀ ਦੇ ਬਿਲਕੁਲ ਖਿਲਾਫ ਸੀਗੇ। ਉਹਨਾਂ ਨੇ ਇਹ ਵੀ ਲਿਖਿਆ ਹੈ ਕਿ ਪੰਜਾਬੀ ਸਕ੍ਰਿਪਟ ਇਨਕੰਪਲੀਟ ਸਕ੍ਰਿਪਟ ਹੈ ਤੇ ਅਸੀਂ ਪੰਜਾਬੀ ਸਕ੍ਰਿਪਟ ਨੂੰ ਨਹੀਂ ਮੰਨਦੇ। ਸਰਦਾਰ ਭਗਤ ਸਿੰਘ ਜੀ ਦੀ ਸੋਚ ਬਿਲਕੁਲ RSS ਦੀ ਸੋਚ ਨਾਲ ਮੇਲ ਖਾਂਦੀ ਹੈ ਅੱਜ ਦੀ ਡੇਟ 'ਚ, ਤੇ ਸਾਡੀ ਸੋਚ ਸਾਡੇ ਗੁਰੂ ਸਾਹਿਬਾਨਾਂ ਦੀ ਤੇ ਗੁਰਬਾਣੀ ਨਾਲ ਜੁੜੀ ਹੋਈ ਸੋਚ ਹੈ ਜਿਹੜੀ ਅਸੀਂ ਆਪ ਦੇ ਗੁਰੂਆਂ ਦੇ ਅਧੀਨ ਚੱਲਦੇ ਹਾਂ। ਅਸੀਂ ਨਿੱਜੀ ਤੌਰ ਤੇ ਕਿਸੇ ਭਗਤ ਸਿੰਘ ਜੀ ਦੇ ਪੱਖ ਦੇ ਖਿਲਾਫ ਨਹੀਂ ਹੈਗੇ, ਉਹਨਾਂ ਦਾ ਉਨਾ ਸਤਿਕਾਰ ਕਰਦੇ ਹਾਂ ਜਿੰਨਾ ਸਤਿਕਾਰ ਅਸੀਂ ਆਪ ਦੇ ਸੋਚ ਨਾਲ ਚੱਲਣ ਵਾਲਿਆਂ ਨਾਲ ਕਰਦੇ ਹਾਂ। ਪਰ ਅੱਜ ਪੰਜਾਬ ਦੇ ਮਸਲੇ ਜਿਹੜੇ ਸਿਰਜੇ ਹੋਏ ਆ ਉਹਨੂੰ ਸਮਝਣ ਦੀ ਲੋੜ ਹੈ ਕਿ ਆਮ ਆਦਮੀ ਪਾਰਟੀ ਨੇ ਸਾਰੇ ਪੰਜਾਬ ਚੋਂ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਗਾਇਬ ਕਰਤਾ। ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਦੀ ਸੋਚ ਖਤਮ ਕੀਤੀ ਹੈ ਤੇ ਉਹਨਾਂ ਨੇ ਉਹ ਸੋਚ ਪੰਜਾਬ ਦੀ ਜੜ੍ਹਾਂ 'ਚ ਬਿਠਾਉਣ ਦੀ ਕੋਸ਼ਿਸ਼ ਕੀਤੀ ਹੈ ਜਿਹੜੀ ਪੰਜਾਬੀ ਮਾਂ ਬੋਲੀ ਦੇ ਵੀ ਖਿਲਾਫ ਸੀਗੀ, ਜਿਹੜੀ ਸੋਚ ਸਾਡੇ ਗੁਰੂਆਂ ਦੇ ਵੀ ਖਿਲਾਫ ਸੀਗੀ। ਠੀਕ ਹੈ, ਤੇ ਫਿਰ ਉਹ ਡਰਾਮਾ ਰਚ ਰਹੇ ਹੈਗੇ, ਸਿਆਸੀ ਡਰਾਮਾ ਭਗਤ ਸਿੰਘ ਜੀ ਦੀ ਤਸਵੀਰ ਨਾਲ। ਕੱਲ ਆਪਾਂ ਦੇਖਿਆ ਪਰਸੋਂ ਮਨੀਸ਼ ਸਿਸੋਦੀਆ ਤੇ ED ਨੇ ਇਹਨਾਂ ਦੇ ਕਰਪਸ਼ਨ ਦੇ ਚਾਰਜਸ ਲਾਏ ਤੇ ਕੇਜਰੀਵਾਲ ਸਾਹਿਬ ਕਿਵੇਂ ਭੜਕ ਕੇ ਆਪ ਦੀ ਕੁਰਸੀ ਤੋਂ ਛਾਲ ਮਾਰ ਕੇ ਕਹਿੰਦੇ ਕਿ ਅਸੀਂ ਭਗਤ ਸਿੰਘ ਦੀ ਫੌਜ ਹੈਗੀ। ਭਗਤ ਸਿੰਘ ਦੀ ਫੌਜ ਦਾ ਕੀ ਮਤਲਬ ਹੈ ਕਿ ਤੁਸੀਂ ਕਰਪਸ਼ਨ ਦੇ ਕੇਸਿਸ 'ਚ ਫਸ ਕੇ ਤੁਸੀਂ ਪਿੱਛੇ ਮੂੰਹ ਕਰਕੇ ਕਹਿ ਦੋ ਕਿ ਅਸੀਂ ਭਗਤ ਸਿੰਘ ਦੀ ਫੌਜ ਹੈਗੇ ਆ ਤੇ ਇਸ ਤਰੀਕੇ ਨਾਲ ਤੁਸੀਂ ਲੋਕਾਂ ਨੂੰ ਪੋਲਰਾਈਜ਼ ਤੇ ਵੋਟਾਂ ਖਾਤਰ ਆਪਦਾ ਕੰਮ ਕਰੀ ਚੱਲੋ। ਇਹਨਾਂ ਨੇ ਆਮ ਆਦਮੀ ਪਾਰਟੀ ਨੇ ਭਗਤ ਸਿੰਘ ਜੀ ਦੇ ਪਰਿਵਾਰ ਨੂੰ ਵੀ ਬਦਨਾਮ ਕੀਤਾ। ਉਹਨਾਂ ਨੂੰ ਸਮਾਂ ਨਹੀਂ ਦਿੱਤਾ ਸੀਗਾ ਮੁੱਖ ਮੰਤਰੀ ਸਾਹਿਬ ਨੇ ਮਿਲਣ ਦਾ। ਠੀਕ ਹੈ ਜੀ, ਇਹਨਾਂ ਨੇ ਸਾਡਾ ਸੂਬਾ ਵੀ ਬਦਨਾਮ ਕਰਤਾ। ਇਹਨਾਂ ਨੇ ਇਨਕਲਾਬ ਸ਼ਬਦ ਨੂੰ ਹੀ ਨਿਚੋੜ ਕੇ ਰੱਖਦਾ। ਅੱਜ ਕੋਈ ਪੰਜਾਬ ਦਾ ਬੰਦਾ ਇਨਕਲਾਬ ਸ਼ਬਦ ਨਹੀਂ ਵਰਤਣਾ ਚਾਹੁੰਦਾ ਕਿਉਂਕਿ ਇਹ ਫਰਜ਼ੀ ਇਨਕਲਾਬੀ ਲੋਕ ਹੈਗੇ ਆ।
ਹੁਣ ਮੈਨੂੰ ਤੁਸੀਂ ਦੱਸੋ, ਰਾਘਵ ਚੱਡਾ ਜੀ ਕਹਿੰਦੇ ਆ ਕਿ ਭਗਵੰਤ ਮਾਨ ਇੰਨਾ ਕੰਮ ਕਰਦਾ, ਦਿਨ 'ਚ ਇੰਨਾ ਕੰਮ ਕਰਦਾ ਕਿ ਰਾਤ ਨੂੰ ਜਦੋਂ ਆਉਂਦਾ ਆਪਦੀ ਪੱਗ ਲਾਉਂਦਾ ਤੇ ਉਹਦਾ ਸਿਰ ਖੂਨ ਨਾਲ ਭਰਿਆ ਹੁੰਦਾ। ਇਹ ਇਨਕਲਾਬੀ ਸੋਚ ਹੈ ਭਗਤ ਸਿੰਘ ਦੀ। ਸਾਰਾ ਇਹ ਡਰਾਮਾ ਹੈਗਾ। ਅੱਜ ਦੇ ਸਾਰੇ ਲੋਕ ਇਹ ਸਮਝਦੇ ਹੈਗੇ ਆ। केजरीवाल साहब ने की आख्या सीगा इलेक्शंस तो पहला, कहते नियत होनी चाहिए, हमारी नियत है कि सिख कौम को बरगाड़ी में हुए बेअदबियां का इंसाफ देना है। इसके पीछे बड़े बड़े मगरमच्छ हैं, हम सारे जानते हैं वो बड़े बड़े मगरमच्छ कौन है, और इनको सारों को हम एक हफ्ते में नथ पाएंगे और इनको हम जेल में डालेंगे। आज साल होने लग गया, किते बरगाड़ी ते तुहानू इंसाफ दिसदा? ये इनकलाबी सोच है, ये भगत सिंह जी की सोच है, ये किहदी सोच है? आम आदमी पार्टी सानू दसे। भगवंत मान साहब कहते सीगे कि साडी सरकार आउण तों कोई धरने नहीं लगणगे, कोई मजारे नहीं लगणगे, टैंकियां ते कोई नहीं चढ़णगे। ते तुसीं देख रहे हो पिछले 4-5 महीनों तो पूरा पंजाब किसी ना किसी मसले ते धरने ते बैठा। कल लाठी चार्ज होया, भजाया, ते की फर्क है? यही इनकलाब ये भालदे सीगे। ये सोच इनकलाबी सोच है। इन्होंने इनकलाब शब्द ते कलंक लाता हैगा। अज तो बाद मेरे ख्याल इस मुल्क च किसी ने इनकलाब शब्द नहीं वरतना जिन्ना इन्होंने इनकलाब शब्द की बदनामी की है। फिर कहते कि असी बिजली 24, उन्होंने वायदा किया कि 24 घंटे बिजली फ्री दी मुफ्त मिलूगी ते 12 घंटे बिजली 24 घंटे बिजली चलूगी ते 12 घंटे किसानों को बिजली बगैर किसी रोक दे किसानों को बिजली आपके खेतों की मिलूगी। हुण इन्होंने इलैक्शन तो बाद इहदे ते 40-50 घंटे लाते हैगे है ते SC नूं या BC वर्ग नूं या इन्हां नूं माफ है, इस वर्ग नूं माफ नहीं हैगा, टीचरां नूं नहीं हैगा, फलाने नूं नहीं हैगा। इदा करके इन्होंने बिजली मुफ्ती का भी सारा अपना वायदा चिकना चूर करता। ये सारी गल्लां इनकलाबी लोगों को पहला स्पष्ट करनी चाहिए सीगियां। वोटां चुराउण तो बाद इहो जिहा काम मेरे ख्याल बिल्कुल कोई शोभा नहीं रखता। फिर उस तो बाद कहते सीगे 1000 रुपया हर औरत नूं असीं देवांगे। इहदे ते भी तुसीं देखियो 40-50 इहो जिहे इन्होंने कड्डे ला देने हैं कि कोई औरत ही नहीं रहनी पंजाब की जिहदे कोले 1000 रुपया पहुंचूगा। फिर सेहत महकमे की तुसीं गल करो, हुण मोहल्ला क्लिनिक्स का इन्होंने ड्रामा रचिया। कोई मैनूं पंजाब दा जी दसे कि कोई हॉस्पिटल पंजाब दा जिथे इलाज वास्ते डॉक्टर्स की घाट नहीं हैगी। हरेक हॉस्पिटल च अज डॉक्टर्स की घाट हैगी। भदौड़ जाके देखो तुसीं, 2 बारी MP रह चुके हैं उत्थे सरदार भगवंत सिंह मान, उत्थे कोई डॉक्टर नहीं हैगा, इलाज की कोई मशीनां नहीं हैगियां। ते हुण इन्होंने मुहल्ला क्लिनिक च की करना कोई दस सकदा? उन्होंने 10,000 रुपए की दिहाड़ी ते कोई बंदा उत्थे बिठा देना। ये स्ट्रक्चर सारे पिंडां च तैयार है, किसी ना किसी महकमे दे, नहरी महकमे दे या होर किसी महकमे दे, पंचायत महकमे दे स्ट्रक्चर तैयार है, उन्हां ते रंग ला के